ਨਾਵਲ ਇੱਕ ਮਿਆਨ ਦੋ ਤਲਵਾਰਾਂ, ਨਾਵਲਕਾਰ ਨਾਨਕ ਸਿੰਘ। ਦੂਜੇ ਭਾਗ ਦਾ 13ਵਾਂ ਕਾਂਡ। ਇੱਕ ਪਾਸੇ ਵਿਦੇਸ਼ਾਂ ਤੋਂ ਇਨਕਲਾਬੀਆਂ ਦੇ ਜਹਾਜ਼ ਚਲੇ ਆ ਰਹੇ ਸਨ ਤੇ ਦੂਜੇ ਪਾਸੇ ਭਾਰਤ ਦੀ ਹਕੂਮਤ ਅਗਲਵਾਂਡੇ ਹੀ ਉਹਨਾਂ ਦੇ ਰੱਸੇ ਪੈੜੇ ਵੱਟਣ ਵਿੱਚ ਲੱਗੀ ਹੋਈ ਸੀ। ਇਨਕਲਾਬੀਆਂ ਦੇ ਜਥੇ ਆਪਣੇ ਮਨੋਰਥਾਂ ਨੂੰ ਲੁਕਾ ਕੇ ਵੀ ਤਾਂ ਨਹੀਂ ਸਨ ਲਿਆਏ, ਬਲਕਿ ਵੱਜ ਵਜਾ ਕੇ ਗਦਰ ਦਾ ਪ੍ਰਚਾਰ ਕਰੀ ਚਲੇ ਆ ਰਹੇ ਸਨ। ਜਿਸ ਵੀ ਬੰਦਰਗਾਹ ਉੱਤੇ ਉਹਨਾਂ ਦਾ ਜਹਾਜ਼ ਰੁਕਦਾ, ਉੱਥੇ ਹੀ ਮਜਮਾ ਜੋੜ ਕੇ ਪ੍ਰਚਾਰ ਸ਼ੁਰੂ ਕਰ ਦਿੰਦੇ। ਖਾਸ ਕਰਕੇ ਜਿੱਥੇ ਕਿਤੇ ਅੰਗਰੇਜ਼ੀ ਛਾਉਣੀਆਂ ਸਨ, ਉੱਥੇ ਤਾਂ ਖੂਬ ਡਟ ਕੇ ਅੰਗਰੇਜ਼ਾਂ ਦੇ ਵਿਰੁੱਧ ਬੋਲਣਾ ਸ਼ੁਰੂ ਕਰ ਦਿੰਦੇ, ਜਿਸ ਦਾ ਨਤੀਜਾ ਇਹ ਹੋਇਆ ਕਿ 5 ਸਤੰਬਰ 1914 ਨੂੰ ਅੰਗਰੇਜ਼ ਹਕੂਮਤ ਨੇ ਇੱਕ ਨਵਾਂ ਆਰਡੀਨੈਂਸ ਜਾਰੀ ਕਰ ਦਿੱਤਾ, ਜਿਸ ਦਾ ਮਨੋਰਥ ਸੀ ਵਿਦੇਸ਼ਾਂ ਤੋਂ ਆਉਣ ਵਾਲੇ ਹਿੰਦੀਆਂ ਨਾਲ ਨਜਿੱਠਣ ਲਈ ਖਾਸ ਅਧਿਕਾਰਾਂ ਦੀ ਪ੍ਰਾਪਤੀ, ਜਿਸ ਦੀ ਮਦਦ ਨਾਲ ਤੋਸ਼ਾ ਮਾਰੂ ਜਹਾਜ਼ ਦੇ ਮੁਸਾਫਰਾਂ ਵਿੱਚੋਂ ਲਗਭਗ ਪੌਣੇ 200 ਆਦਮੀ ਫੜ ਲਏ ਗਏ ਤੇ ਮਗਰੋਂ ਉਹਨਾਂ ਨੂੰ ਮਿੰਟਗੁਮਰੀ ਤੇ ਮੁਲਤਾਨ ਦੀਆਂ ਜੇਲ੍ਹਾਂ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ। ਉਸ ਤੋਂ ਬਾਅਦ ਹੋਰ ਕਈ ਜਹਾਜ਼ਾਂ ਰਾਹੀਂ 6-7 ਹਜ਼ਾਰ ਹਿੰਦੀ ਦੇਸ਼ ਪਹੁੰਚੇ। ਮਾਈਕਲ ਅਡਵਾਇਰ ਇਸ ਗਿਣਤੀ ਨੂੰ 8000 ਦੱਸਦਾ ਹੈ ਤੇ ਲਾਰਡ ਹਾਰਡਿੰਗ ਇਦੋਂ ਵੀ ਵੱਧ। ਇਹਨਾਂ ਵਿੱਚੋਂ ਜਿਸ ਉੱਤੇ ਵੀ ਪੁਲਿਸ ਨੂੰ ਜ਼ਰਾ ਮਾਸਾ ਸ਼ੱਕ ਹੁੰਦਾ ਫੜ ਲਿਆ ਜਾਂਦਾ। ਬਹੁਤ ਸਾਰਾ ਅਸਲਾ ਜਿਹੜਾ ਗਦਰ ਦੀ ਖਾਤਰ ਉਹ ਨਾਲ ਲਿਆਏ ਸਨ, ਸਮੁੰਦਰ ਦੀ ਭੇਟ ਕਰ ਦਿੱਤਾ ਗਿਆ, ਕਿਉਂਕਿ ਅਸਲੇ ਦਾ ਕਿਸੇ ਪਾਸੋਂ ਬਰਾਮਦ ਹੋਣਾ ਉਸਦੇ ਬਾਗੀ ਹੋਣ ਦਾ ਸਭ ਤੋਂ ਵੱਡਾ ਸਬੂਤ ਸਮਝਿਆ ਜਾਂਦਾ ਸੀ। ਸਰਦਾਰ ਸੋਹਣ ਸਿੰਘ ਭਕਨਾ ਤੇ ਹੋਰ ਬਹੁਤ ਸਾਰੇ ਇਨਕਲਾਬੀ ਲੀਡਰ ਜਹਾਜ਼ਾਂ ਵਿੱਚੋਂ ਹੀ ਫੜ ਕੇ ਅਨਿਸ਼ਚਿਤ ਸਮਿਆਂ ਲਈ ਨਜ਼ਰਬੰਦ ਕਰ ਦਿੱਤੇ ਗਏ। ਭਕਨਾ ਜੀ ਦਾ ਫੜੇ ਜਾਣਾ ਤਾਂ ਅੰਗਰੇਜ਼ਾਂ ਦੇ ਖਿਆਲ ਵਿੱਚ ਗਦਰ ਪਾਰਟੀ ਦਾ ਸਿਰ ਵੱਢਿਆ ਜਾਣ ਤੁਲ ਸੀ, ਪਰ ਇੰਨੀਆਂ ਸਖਤੀਆਂ ਤੇ ਚੌਕਸੀਆਂ ਦੇ ਬਾਵਜੂਦ ਹਜ਼ਾਰਾਂ ਇਨਕਲਾਬੀ ਸਹੀ ਸਲਾਮਤ ਆਪੋ ਆਪਣੇ ਠਿਕਾਣੇ ਪੁੱਜ ਗਏ। ਅਲਬੱਤਾ ਉਹਨਾਂ ਵਿੱਚੋਂ ਕਈਆਂ ਉੱਤੇ CID ਦੀ ਨਿਗਰਾਨੀ ਜ਼ਰੂਰ ਕਾਇਮ ਕਰ ਦਿੱਤੀ ਗਈ। ਕਰਤਾਰ ਸਿੰਘ ਸਰਾਭਾ, ਜਿਹੜਾ ਅੰਗਰੇਜ਼ਾਂ ਦੀ ਨਫ਼ਰਤ ਨਾਲ ਅੱਡੀ ਤੋਂ ਚੋਟੀ ਤੱਕ ਭਰਿਆ ਹੋਇਆ ਸੀ ਤੇ ਜਿਸ ਨੂੰ ਫੜਨ ਲਈ ਪੁਲਿਸ ਸਭ ਤੋਂ ਬਹੁਤੀ ਚਕੰਨੀ ਸੀ, ਪਤਾ ਨਹੀਂ ਕਿਵੇਂ ਛਲੇਡਾ ਬਣ ਕੇ ਉਸ ਦੀਆਂ ਨਜ਼ਰਾਂ ਤੋਂ ਬਚ ਨਿਕਲਿਆ। ਗਦਰ ਦੀ ਇਹ ਯੋਜਨਾ ਲਗਭਗ 1857 ਦੇ ਗਦਰ ਵਰਗੀ ਸੀ, ਅਰਥਾਤ ਫੌਜੀ ਗਦਰ ਸੀ। ਇਸੇ ਕਰਕੇ ਦੇਸ਼ ਪਹੁੰਚਦਿਆਂ ਹੀ ਗਦਰੀਆਂ ਨੇ ਸਭ ਤੋਂ ਪਹਿਲਾਂ ਜਿਹੜਾ ਕੰਮ ਆਰੰਭਿਆ ਇਹ ਸੀ ਫੌਜੀਆਂ ਦੇ ਨਾਲ ਮੇਲਜੋਲ ਪੈਦਾ ਕਰਨਾ ਤੇ ਉਹਨਾਂ ਨੂੰ ਗਦਰ ਲਈ ਤਿਆਰ ਕਰਨਾ। ਨਿਸ਼ਚੇ ਹੀ ਉਸ ਵੇਲੇ ਇਹ ਕੰਮ ਅੱਗ ਨਾਲ ਖੇਡਣ ਬਰਾਬਰ ਸੀ, ਜਦ ਕਿ ਪਹਿਲਾਂ ਤੋਂ ਹੀ ਹਰ ਇੱਕ ਛਾਉਣੀ ਵਿੱਚ ਇਸ ਕਿਸਮ ਦੇ ਲੋਕਾਂ ਬਾਰੇ ਕਰੜੀ ਨਿਗਰਾਨੀ ਰੱਖੀ ਜਾਂਦੀ ਸੀ। ਕਿਸੇ ਗੈਰ ਫੌਜੀ ਦਾ ਉਹਨਾਂ ਦਿਨੀ ਕਿਸੇ ਛਾਉਣੀ ਅੰਦਰ ਦਾਖਲ ਹੋਣਾ ਸੌਖਾ ਨਹੀਂ ਸੀ। ਪਰ ਇਸ ਦੇ ਬਾਵਜੂਦ ਜਿਨ੍ਹਾਂ ਢੰਗਾਂ ਨਾਲ ਇਨਕਲਾਬੀਆਂ ਨੇ ਉੱਥੇ ਤੀਕ ਰਸਾਈ ਕੀਤੀ, ਇਸ ਨੂੰ ਜਾਦੂਗਰੀ ਹੀ ਕਹਿਣਾ ਚਾਹੀਦਾ ਹੈ। ਖਾਸ ਕਰਕੇ 19-20 ਸਾਲਾਂ ਦੀ ਉਮਰ ਦੇ ਉਸੇ ਮੁੰਡੇ ਕਰਤਾਰ ਸਿੰਘ ਸਰਾਭਾ ਨੇ ਤਾਂ ਆਪਣੇ ਕਾਰਨਾਮਿਆਂ ਨਾਲ ਵੱਡੇ ਲੀਡਰਾਂ ਨੂੰ ਵੀ ਦੰਗ ਕਰ ਦਿੱਤਾ, ਜਿਹੜਾ ਇਤਨੀਆਂ ਕਰੜਾਈਆਂ ਦੇ ਹੁੰਦਿਆਂ ਵੀ ਫੌਜੀ ਬੈਰਕਾਂ ਵਿੱਚ ਜਾ ਧਮਕਦਾ ਤੇ ਜਿਸ ਕਿਸੇ ਨਾਲ ਵੀ ਉਸ ਦਾ ਸਾਹਮਣਾ ਹੁੰਦਾ, ਪਹਿਲੀ ਹੀ ਮੁਲਾਕਾਤ ਵਿੱਚ ਉਸ ਨੂੰ ਆਪਣੀ ਮੁੱਠੀ ਵਿੱਚ ਕਰਕੇ ਪਰਤਦਾ। ਸਿਪਾਹੀਆਂ ਦੀ ਤਾਂ ਗੱਲ ਹੀ ਛੱਡੋ, ਸੂਬੇਦਾਰਾਂ ਤੇ ਮੇਜਰਾਂ ਤੱਕ ਨੂੰ ਕੁਝ ਹੀ ਘੰਟਿਆਂ ਦੀ ਗੱਲ ਕਥ ਨਾਲ ਨਾ ਕੇਵਲ ਆਪਣੇ ਨਾਲ ਸਹਿਮਤ ਕਰ ਲੈਂਦਾ, ਬਲਕਿ ਜਲਦੀ ਤੋਂ ਜਲਦੀ ਗਦਰ ਕਰਾਉਣ ਲਈ ਉਹਨਾਂ ਲੋਕਾਂ ਦੇ ਦਿਲਾਂ ਅੰਦਰ ਅੱਗ ਜਿਹੀ ਸੁਲਗਾ ਆਉਂਦਾ। ਇਤਨੀ ਛੇਤੀ ਫੌਜੀਆਂ ਨੂੰ ਆਪਣੇ ਨਾਲ ਗੰਢ ਸਕਣ ਦੀ ਕਿਸੇ ਵੀ ਗਦਰੀ ਲੀਡਰ ਨੂੰ ਉਮੀਦ ਨਹੀਂ ਸੀ, ਜਿੰਨੀ ਸਰਾਭੇ ਦੀ ਕਰਾਮਾਤ ਨਾਲ ਪੈਦਾ ਹੋਈ। ਪਰ ਇਸ ਸਫਲਤਾ ਦਾ ਇਦੋਂ ਵੀ ਵੱਡਾ ਕਾਰਨ ਸੀ ਕਿ ਉਸ ਵੇਲੇ ਫੌਜੀ ਤਬਕੇ ਦੀ ਅੰਗਰੇਜ਼ਾਂ ਪ੍ਰਤੀ ਬੇਦਿਲੀ। ਜੰਗ ਵਿੱਚੋਂ ਖਬਰਾਂ ਬੜੀਆਂ ਦਿਲ ਢਾਹੂ ਆ ਰਹੀਆਂ ਸਨ। ਅੰਗਰੇਜ਼ਾਂ ਨੂੰ ਹਾਰ ਉੱਤੇ ਹਾਰ ਹੋ ਰਹੀ ਸੀ। ਦੇਸ਼ ਤੋਂ ਗਈਆਂ ਕਈ ਸਮੁੱਚੀਆਂ ਪਲਟਨਾਂ ਹੀ ਜਰਮਨੀ ਗੋਲਿਆਂ ਨਾਲ ਸਫਾ ਹਸਤੀ ਤੋਂ ਉੱਠ ਗਈਆਂ ਸਨ, ਜਿਸ ਕਰਕੇ ਹਰ ਇੱਕ ਦੀ ਜ਼ੁਬਾਨ ਤੇ ਇਹੋ ਸ਼ਬਦ ਸਨ, ਅੰਗਰੇਜ਼ ਗਏ ਕਿ ਗਏ। ਫੌਜੀ ਤਬਕੇ ਵਿੱਚ ਇਹ ਯਕੀਨ ਦਿਨੋਂ ਦਿਨ ਮਜ਼ਬੂਤ ਹੁੰਦਾ ਜਾ ਰਿਹਾ ਸੀ ਕਿ ਲੜਾਈ ਵਿੱਚ ਸਰਕਾਰੀ ਬੁਲਾਰੇ ਬੜੇ ਜ਼ੋਰ ਨਾਲ ਫੌਜੀਆਂ ਨੂੰ ਜੰਗ ਵਿੱਚ ਜਾਓ, ਸ਼ਹੀਦੀਆਂ ਪਾਓ, ਵਤਨ ਦੀ ਸੇਵਾ ਵਿੱਚ ਹੱਥ ਵਟਾਓ ਦੀਆਂ ਦੁਹਾਈਆਂ ਦਿੰਦੇ ਫਿਰਦੇ ਸਨ। ਪਰ ਫੌਜੀਆਂ ਉੱਤੇ ਇਹਨਾਂ ਲੈਕਚਰਾਂ ਦਾ ਘੱਟ ਵੱਧ ਹੀ ਅਸਰ ਹੁੰਦਾ ਸੀ। ਇਨਕਲਾਬੀਆਂ ਨੂੰ ਫੌਜੀਆਂ ਦੀ ਇਹੋ ਬੇਦਿਲੀ ਆੜੇ ਆਈ, ਪਰ ਤਾਂ ਵੀ ਇਹ ਮਾਮਲਾ ਇਨਕਲਾਬੀਆਂ ਲਈ ਟੇਢੀ ਖੀਰ ਸੀ। ਸਵਾਲ ਨਿਰਾ ਫੌਜੀਆਂ ਨੂੰ ਵਰਗਲਾਉਣ ਦਾ ਹੀ ਨਹੀਂ ਸੀ, ਕਈ ਹੋਰ ਵੀ ਸਮੱਸਿਆਵਾਂ ਸਨ
ਜਿਹੜੀਆਂ ਉਸ ਵੇਲੇ ਇਨਕਲਾਬੀਆਂ ਦਾ ਰਾਹ ਰੋਕੀ ਖੜੀਆਂ ਸਨ। ਸਭ ਤੋਂ ਵੱਡੀ ਸਮੱਸਿਆ ਸੀ ਅਸਲੇ ਦੀ ਅਣਹੋਂਦ, ਜਦਕਿ ਗਦਰ ਦਾ ਕੰਮ ਆਰੰਭਣ ਲਈ ਇਹ ਇੱਕ ਵੱਡੀ ਮਿਕਦਾਰ ਵਿੱਚ ਲੋੜੀਂਦਾ ਸੀ। ਚੋਰੀ ਛਿਪੇ ਕਿੰਨਾ ਹੀ ਅਸਲਾ ਇਹ ਲੋਕ ਵਿਦੇਸ਼ਾਂ ਤੋਂ ਲੈ ਕੇ ਤੁਰੇ ਸਨ। ਇਹ ਤਾਂ ਉਹਨਾਂ ਦੀ ਲੋੜ ਦੇ ਟੱਕਰੇ ਵਿੱਚ ਆਟੇ ਵਿੱਚ ਲੂਣ ਵੀ ਨਹੀਂ ਸਨ। ਫਿਰ ਵੀ ਉਹਦਾ ਬਹੁਤ ਸਾਰਾ ਹਿੱਸਾ ਉਹਨਾਂ ਨੂੰ ਸਮੁੰਦਰ ਵਿੱਚ ਸੁੱਟਣਾ ਪਿਆ। ਜਦ ਉਹਨਾਂ ਨੂੰ ਪਤਾ ਲੱਗਾ ਕਿ ਅੰਗਰੇਜ਼ਾਂ ਦੀ ਪੁਲਿਸ ਪਤਾ ਨਹੀਂ ਕਿਸ ਵੇਲੇ ਜਹਾਜ਼ੋਂ ਉਤਰਦਿਆਂ ਜਾਂ ਜਹਾਜ਼ਾਂ ਦੇ ਵਿੱਚ ਹੀ ਉਹਨਾਂ ਨੂੰ ਗ੍ਰਿਫਤਾਰ ਕਰ ਲਵੇ, ਸੋ ਅਸਲਾ ਇਕੱਠਾ ਕਰਨ ਬਾਰੇ ਕਈ ਕਿਸਮ ਦੀਆਂ ਜੁਗਤਾਂ ਸੋਚੀਆਂ ਜਾਣ ਲੱਗੀਆਂ। ਦੇਸ਼ ਵਿੱਚ ਇੱਕ ਤਾਂ ਉਂਝ ਹੀ ਇਸ ਚੀਜ਼ ਦਾ ਕਾਲ ਸੀ, ਤੇ ਜੇ ਕਿਤੋਂ ਮਿਲਦਾ ਵੀ ਸੀ ਤਾਂ ਸਖਤ ਮਹਿੰਗੇ ਮੁੱਲ ਤੋਂ। ਪਰ ਇਤਨਾ ਮੁੱਲ ਤਾਰਨ ਦੀ ਸਮਰੱਥਾ ਵੀ ਤਾਂ ਉਹਨਾਂ ਵਿੱਚ ਨਹੀਂ ਸੀ, ਜਿਹੜੇ ਆਪ ਆਪਣੀ ਰਾਸ ਪੂੰਜੀ ਵਿਦੇਸ਼ਾਂ ਵਿੱਚ ਹੀ ਸੁੱਟ ਸੁਟਾ ਕੇ ਚਲੇ ਆਏ ਸਨ। ਲਾ ਪਾ ਕੇ ਦੇਸ਼ ਵਿੱਚ ਇੱਕ ਹੀ ਥਾਂ ਸੀ ਜਿੱਥੋਂ ਅਸਲਾ ਮਿਲਣ ਦੀ ਕੁਝ ਉਮੀਦ ਕੀਤੀ ਜਾ ਸਕਦੀ ਸੀ। ਇਹ ਸੀ ਬੰਗਾਲ ਦੀ ਰਾਜਧਰੋਹੀ ਪਾਰਟੀ, ਜਿਹੜੀ ਉੱਚਰ ਤੀਕ ਕਈ ਕ੍ਰਾਂਤੀਕਾਰੀ ਅੰਦੋਲਨਾਂ ਨਾਲ ਭਿੜ ਚੁੱਕੀ ਸੀ, ਪਰ ਪੰਜਾਬ ਦੇ ਇਨਕਲਾਬੀਆਂ ਦੀ ਨਾਮਾਤਰ ਹੀ ਉਹਨਾਂ ਨਾਲ ਸਾਂਝ ਸੀ। ਸੋ ਇਸ ਪਾਸੇ ਉਚੇਚਾ ਧਿਆਨ ਦਿੱਤਾ ਗਿਆ, ਪਰ ਇਸ ਵਿੱਚ ਸਫਲਤਾ ਕੋਈ ਖਾਸ ਨਹੀਂ ਹੋਈ। ਕਰਤਾਰ ਸਿੰਘ ਸਰਾਭਾ ਨੇ ਬੰਗਾਲ ਦੇ ਮੁਖੀ ਇਨਕਲਾਬੀ ਸਚਿੰਦਰਨਾਥ ਸਾਨਿਆਲ ਪਾਸ ਜਾ ਕੇ ਜਦ ਪਤਾ ਕੀਤਾ ਤਾਂ ਉਸ ਨੂੰ ਦੱਸਿਆ ਗਿਆ ਕਿ ਬੰਗਾਲੀ ਕ੍ਰਾਂਤੀਕਾਰੀਆਂ ਪਾਸ ਪਿਸਤੌਲਾਂ ਦੀ ਇੰਨੀ ਕਿੱਲਤ ਹੈ ਕਿ ਲੋਭ ਵਿੱਚ ਆ ਕੇ ਕਈ ਵਾਰੀ ਉਹ ਆਪਣੇ ਹੀ ਸਾਥੀਆਂ ਦੇ ਚੁਰਾ ਲੈਂਦੇ ਹਨ। ਅਲਬੱਤਾ ਬੰਬ ਬਣਾਉਣ ਤੇ ਸਪਲਾਈ ਕਰਨ ਦੇ ਮਾਮਲੇ ਵਿੱਚ ਉਹ ਲੋਕ ਪੰਜਾਬੀਆਂ ਦੀ ਮਦਦ ਕਰ ਸਕਣਗੇ। ਅਸਲ ਵਿੱਚ ਬੰਗਾਲ ਦੇ ਕ੍ਰਾਂਤੀਕਾਰੀ ਉਦੋਂ ਪੰਜਾਬੀਆਂ ਦਾ ਬਹੁਤਾ ਵਿਸ਼ਵਾਸ ਨਹੀਂ ਸਨ ਕਰਦੇ। ਸਾਨਿਆਲ ਅਨੁਸਾਰ ਉਹਨਾਂ ਦਾ ਖਿਆਲ ਸੀ ਕਿ ਪੰਜਾਬੀ ਇਨਕਲਾਬੀ ਜਿਹੜੇ ਵਿਦੇਸ਼ਾਂ ਤੋਂ ਆਏ ਨੇ, ਇਹਨਾਂ ਦੀ ਇੱਕ ਤਾਂ ਲੀਡਰਸ਼ਿਪ ਕਮਜ਼ੋਰ ਹੈ, ਦੂਜਾ ਵਧੇਰੇ ਗਿਣਤੀ ਅਨਪੜ੍ਹ ਹੋਣ ਕਰਕੇ ਇਹ ਭਰੋਸੇਯੋਗ ਨਹੀਂ ਮੰਨੇ ਜਾ ਸਕਦੇ। ਇੱਕ ਵਾਰੀ ਸਾਨਿਆਲ ਦੇ ਪੁੱਛਣ ਤੇ ਜਦ ਸਰਾਭੇ ਨੇ ਉਸ ਨੂੰ ਦੱਸਿਆ ਕਿ ਅਜੇ ਪੰਜਾਬ ਦੇ ਗਦਰੀ ਆਪਣਾ ਕੋਈ ਕੇਂਦਰ ਨਹੀਂ ਕਾਇਮ ਕਰ ਸਕੇ ਤੇ ਕੇਂਦਰ ਨਾ ਹੋਣ ਦੀ ਹਾਲਤ ਵਿੱਚ ਇਹ ਲੋਕ ਵੱਖੋ ਵੱਖਰੇ ਕਈ ਗਰੁੱਪਾਂ ਦੀ ਸ਼ਕਲ ਵਿੱਚ ਵਿਕਲੋਤਰਾ ਜਿਹਾ ਕੰਮ ਕਰ ਰਹੇ ਨੇ, ਤਾਂ ਸਾਨਿਆਲ ਨੂੰ ਇਹਨਾਂ ਬਾਰੇ ਹੈਰਾਨੀ ਵੀ ਹੋਈ, ਰੰਜ ਵੀ ਤੇ ਕਾਫੀ ਹੱਦ ਤੱਕ ਬੇਭਰੋਸਗੀ ਵੀ। ਜਿੱਥੋਂ ਤੱਕ ਪੰਜਾਬ ਦੀ ਗਦਰ ਪਾਰਟੀ ਨਾਲ ਬੰਗਾਲੀਆਂ ਦੀ ਮਿਲਵਰਤਨ ਦਾ ਸਵਾਲ ਸੀ, ਇਸ ਕੰਮ ਵਿੱਚ ਤਦ ਤੱਕ ਸਫਲਤਾ ਨਹੀਂ ਸੀ ਹੋ ਸਕੀ ਜਦ ਤੱਕ ਬੰਗਾਲੀ ਕ੍ਰਾਂਤੀਕਾਰੀਆਂ ਦੇ ਮੁੱਖ ਲੀਡਰ ਰਾਸ ਬਿਹਾਰੀ ਬੋਸ ਦੇ ਹੱਥ ਵਿੱਚ ਪੰਜਾਬੀ ਅਤੇ ਸਮੁੱਚੇ ਦੇਸ਼ ਦੀ ਲੀਡਰਸ਼ਿਪ ਨਾ ਸੌਂਪ ਦਿੱਤੀ ਗਈ। ਮੁੱਢਲੇ ਦਿਨੀ ਜਦ ਬੰਗਾਲ ਵਿੱਚੋਂ ਵੀ ਅਸਲਾ ਮਿਲਣ ਦੀ ਕੋਈ ਬਹੁਤੀ ਉਮੀਦ ਨਾ ਰਹੀ ਤਾਂ ਪੰਜਾਬੀ ਗਦਰੀਆਂ ਨੇ ਹੋਰ ਪਾਸੇ ਧਿਆਨ ਦੇਣਾ ਸ਼ੁਰੂ ਕੀਤਾ। ਉਹਨਾਂ ਦਾ ਨਿਸ਼ਚਾ ਸੀ ਕਿ ਭਾਵੇਂ ਕਿਸੇ ਵੀ ਢੰਗ ਨਾਲ ਹੋ ਸਕੇ ਹਥਿਆਰਾਂ ਦੀ ਪ੍ਰਾਪਤੀ ਜ਼ਰੂਰੀ ਹੈ। ਉਧਰ ਗਦਰ ਦੀ ਤਰੀਕ ਨੀਅਤ ਹੋਣ ਵਿੱਚ ਜਿੰਨੀ ਦੇਰ ਹੋ ਰਹੀ ਸੀ, ਉਨੀ ਹੀ ਖਤਰੇ ਤੇ ਨਾਕਾਮੀ ਦੀ ਸੰਭਾਵਨਾ ਵੱਧ ਰਹੀ ਸੀ। ਸੋ ਇਹਨਾਂ ਗੱਲਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਉੱਪਰੋਂ ਥੱਲੀ ਗੋਸ਼ਟੀਆਂ ਦੀ ਲੜੀ ਆਰੰਭ ਕੀਤੀ ਗਈ। ਉੱਚਰ ਤੀਕ 6-7 ਹਜ਼ਾਰ ਦੇ ਲਗਭਗ ਇਨਕਲਾਬੀ ਹਿੰਦ ਪਹੁੰਚ ਚੁੱਕੇ ਸਨ, ਜਿਨ੍ਹਾਂ ਵਿੱਚੋਂ ਬਹੁਤ ਸਾਰੇ ਫੜ ਕੇ ਕੈਦ ਜਾਂ ਨਜ਼ਰਬੰਦ ਕੀਤੇ ਜਾ ਚੁੱਕੇ ਸਨ ਤੇ ਕਈਆਂ ਨੂੰ ਮਗਰੋਂ ਨਿਰਦੋਸ਼ ਜਾਣ ਕੇ ਛੱਡ ਵੀ ਦਿੱਤਾ ਗਿਆ। ਜਿਹੜੇ ਅਜੇ ਤੱਕ ਵੀ ਪੁਲਿਸ ਦੀਆਂ ਨਜ਼ਰਾਂ ਤੋਂ ਬਚੇ ਹੋਏ ਸਨ, ਉਹਨਾਂ ਦੇ ਮੁਖੀਏ ਕਰਤਾਰ ਸਿੰਘ ਸਰਾਭਾ, ਹਰਨਾਮ ਸਿੰਘ ਟੁੰਡੀਲਾਟ, ਜਗਤ ਸਿੰਘ, ਮਥੁਰਾ ਸਿੰਘ, ਪੰਡਤ ਜਗਤ ਰਾਮ, ਪ੍ਰਿਥਵੀ ਸਿੰਘ, ਰੁਲੀਆ ਸਿੰਘ, ਰੂੜ ਸਿੰਘ ਚੂੜਚੱਕ ਤੇ ਗੁਰਮੁਖ ਸਿੰਘ ਲਲਤੋਂ ਆਦਿ ਪੂਰੀ ਚੌਕਸੀ ਤੇ ਤੇਜ਼ੀ ਨਾਲ ਆਪੋ ਆਪਣੇ ਕੰਮੀ ਜੁਟੇ ਹੋਏ ਸਨ। ਗਦਰੀਆਂ ਦੇ ਕਈ ਹੋਰ ਜਥੇ ਅਜੇ ਤੱਕ ਵੀ ਕਿਸੇ ਨਾ ਕਿਸੇ ਢੰਗ ਨਾਲ ਵਿਦੇਸ਼ਾਂ ਤੋਂ ਚੱਲ ਕੇ ਦੇਸ਼ ਅੱਪੜ ਰਹੇ ਸਨ। ਦੇਸ਼ ਪਹੁੰਚਣ ਤੋਂ ਬਾਅਦ ਇਨਕਲਾਬੀਆਂ ਨੇ ਸਮੇਂ-ਸਮੇਂ ਕਈ ਇਕੱਠ ਕੀਤੇ ਤੇ ਗਦਰ ਕਰਵਾਉਣ ਬਾਰੇ ਕਈ ਕਿਸਮ ਦੀਆਂ ਯੋਜਨਾਵਾਂ ਬਣਾਉਂਦੇ ਰਹੇ। ਉਹਨਾਂ ਵਿੱਚੋਂ ਜਿਹੜੀ ਗੋਸ਼ਟੀ ਸਭ ਤੋਂ ਵੱਧ ਅਹਿਮੀਅਤ ਰੱਖਦੀ ਹੈ, ਇਹ ਸ਼ੁਰੂ ਹੋਈ ਨਵੰਬਰ 1914 ਨੂੰ ਪਿੰਡ ਖਾਸਾ ਅੰਮ੍ਰਿਤਸਰ ਵਿੱਚ, ਜਿਸ ਵਿੱਚ ਸਰਬਸੰਮਤੀ ਨਾਲ ਫੈਸਲਾ ਲਿਆ ਗਿਆ ਕਿ ਹਾਲਾਤ ਭਾਵੇਂ ਕੁਝ ਵੀ ਕਿਉਂ ਨਾ ਹੋਣ, 15 ਨਵੰਬਰ 1914 ਨੂੰ ਗਦਰ ਦਾ ਝੰਡਾ ਖੜਾ ਕਰ ਦਿੱਤਾ ਜਾਵੇ। ਇਸ ਮਤਲਬ ਲਈ ਜਿਹੜੀ ਕਮੇਟੀ ਬਣਾਈ ਗਈ, ਉਸ ਦੇ ਲੀਡਰ ਕਰਤਾਰ ਸਿੰਘ ਸਰਾਭਾ, ਪੰਡਤ ਜਗਤ ਰਾਮ, ਨਿਧਾਨ ਸਿੰਘ ਚੁੱਗਾ ਤੇ ਗੁੱਜਰ ਸਿੰਘ ਭਕਨਾ ਥਾਪੇ ਗਏ। ਪਰ ਮਗਰੋਂ ਕਈ ਰੁਕਾਵਟਾਂ, ਖਾਸ ਕਰਕੇ ਹਥਿਆਰਾਂ ਦੀ ਅਣਹੋਂਦ ਨੂੰ ਮਹਿਸੂਸ ਕਰਦਿਆਂ ਇਹ ਤਾਰੀਖ ਮਨਸੂਖ ਕਰ ਦਿੱਤੀ ਗਈ। ਉੱਚਰ ਤੀਕ ਪੰਜਾਬ ਦੀਆਂ ਕੁਝ ਛਾਉਣੀਆਂ ਨੂੰ ਨਾਲ ਰਲਾਉਣ ਬਾਰੇ ਕਾਫੀ ਕੰਮ ਹੋ ਚੁੱਕਾ ਸੀ। ਖਾਸ ਕਰਕੇ ਮੀਆਂ ਮੀਰ, ਲਾਹੌਰ ਦਾ ਰਸਾਲਾ ਨੰਬਰ 23 ਤਾਂ ਭਗਤ ਸਿੰਘ ਸਰਾਭਾ ਦੀਆਂ ਪ੍ਰੇਰਨਾਵਾਂ ਦੇ ਫਲਸਰੂਪ 15 ਨਵੰਬਰ ਨੂੰ ਹੋਣ ਵਾਲੇ ਗਦਰ ਵਿੱਚ ਪਹਿਲ ਕਰਨ ਲਈ ਨਾ ਕੇਵਲ ਤਿਆਰ ਸੀ, ਬਲਕਿ ਸਖਤ ਕਾਹਲਾ ਸੀ।
ਕਾਰਨ ਰਸਾਲੇ ਦੇ ਦੇਸੀ ਅਫਸਰਾਂ ਨੂੰ ਹਰ ਵੇਲੇ ਧੁੜਕੂ ਲੱਗਾ ਰਹਿੰਦਾ ਸੀ ਕਿ ਜੇ ਅੰਗਰੇਜ਼ ਅਫਸਰਾਂ ਨੂੰ ਸੂਹ ਮਿਲ ਗਈ ਤਾਂ ਉਹਨਾਂ ਦਾ ਘਾਣ ਬੱਚਾ ਪੀੜਿਆ ਜਾਵੇਗਾ, ਤੇ ਜਦ ਇਹ ਵੇਲ ਬਨੇਰੇ ਨਾ ਚੜ ਸਕੀ ਤਾਂ ਉਹਨਾਂ ਨੂੰ ਸਖਤ ਨਿਰਾਸ਼ਾ ਹੋਈ। ਉਸ ਤੋਂ ਬਾਅਦ ਜਿਹੜੀ ਮੀਟਿੰਗ 19 ਨਵੰਬਰ 1914 ਨੂੰ ਪਿੰਡ ਮੋਗਾ ਫਿਰੋਜ਼ਪੁਰ ਵਿੱਚ ਹੋਈ, ਉਸ ਵਿੱਚ ਦੱਸਿਆ ਗਿਆ ਕਿਉਂਕਿ ਅਸਲਾ ਪ੍ਰਾਪਤ ਕਰਨ ਲਈ ਰੁਪਏ ਦੀ ਲੋੜ ਹੈ, ਇਸ ਲਈ ਸਰਕਾਰੀ ਖਜ਼ਾਨਿਆਂ ਤੇ ਅਸਲਾਖਾਨਿਆਂ ਨੂੰ ਲੁੱਟਣ ਦੀ ਸਕੀਮ ਨੂੰ ਅਮਲ ਵਿੱਚ ਲਿਆਂਦਾ ਜਾਵੇ। ਸਕੀਮ ਦੀ ਪਹਿਲੀ ਕੜੀ ਅਨੁਸਾਰ ਮੀਆਂ ਮੀਰ ਛਾਉਣੀ ਦੀ ਮੈਗਜ਼ੀਨ ਲੁੱਟਣ ਦਾ ਮਤਾ ਪਾਸ ਹੋਇਆ, ਜਿਸ ਦੀ ਤਾਰੀਖ 25 ਨਵੰਬਰ ਰੱਖੀ ਗਈ। ਇਸ ਕੰਮ ਦੀ ਜ਼ਿੰਮੇਵਾਰੀ ਕਰਤਾਰ ਸਿੰਘ ਸਰਾਭਾ ਤੇ ਕੁਝ ਹੋਰ ਮੁਖੀਆਂ ਨੂੰ ਸੌਂਪੀ ਗਈ, ਪਰ ਕਈ ਰੁਕਾਵਟਾਂ ਕਰਕੇ ਇਹ ਮਤਾ ਵੀ ਅਮਲ ਵਿੱਚ ਨਾ ਆ ਸਕਿਆ। ਉਸ ਤੋਂ ਬਾਅਦ ਪ੍ਰੋਗਰਾਮ ਬਣਿਆ ਕਿ 30 ਨਵੰਬਰ ਨੂੰ ਫਿਰੋਜ਼ਪੁਰ ਛਾਉਣੀ ਦਾ ਹਥਿਆਰਖਾਨਾ ਲੁੱਟਿਆ ਜਾਵੇ। ਇਸ ਮਨੋਰਥ ਲਈ ਨਿਯਤ ਤਰੀਕ ਉੱਤੇ ਗਦਰੀਆਂ ਦੀ ਟੋਲੀ ਵਿੱਚੋਂ ਕੁਝ ਆਦਮੀ ਰੇਲ ਤੇ ਸਵਾਰ ਹੋਏ, ਕੁਝ ਟਾਂਗੇ ਤੇ, ਪਰ ਰਾਹ ਵਿੱਚ ਹੀ ਟਾਂਗੇ ਵਾਲਿਆਂ ਦੀ ਪੁਲਿਸ ਨਾਲ ਮੁੱਠਭੇੜ ਹੋ ਜਾਣ ਕਰਕੇ ਨਾ ਕੇਵਲ ਇਹ ਮਾਮਲਾ ਵੀ ਅਧਵਾਟੇ ਰਹਿ ਗਿਆ, ਬਲਕਿ ਮੁੱਠਭੇੜ ਹੋ ਜਾਣ ਵਿੱਚ 2 ਇਨਕਲਾਬੀ ਮਾਰੇ ਗਏ ਤੇ 7 ਫੜ ਲਏ ਗਏ, ਜਿਨ੍ਹਾਂ ਨੂੰ ਮਗਰੋਂ ਫਾਂਸੀ ਲਟਕਾ ਦਿੱਤਾ ਗਿਆ। ਬਾਕੀ ਸਭ ਭੱਜ ਨਿਕਲੇ। ਇਸ ਦੁਰਘਟਨਾ ਨੇ ਗਦਰ ਪਾਰਟੀ ਦੇ ਪ੍ਰੋਗਰਾਮ ਨੂੰ ਤਹਿਸ-ਨਹਿਸ ਕਰ ਦਿੱਤਾ। ਖਾਸ ਕਰਕੇ 2 ਲੀਡਰਾਂ ਪੰਡਤ ਕਾਂਸ਼ੀ ਰਾਮ ਤੇ ਮੀਆਂ ਰਹਿਮਤ ਅਲੀ ਦੇ ਮਾਰੇ ਜਾਣ ਕਰਕੇ ਪਾਰਟੀ ਨੂੰ ਬੜੀ ਨਿਰਾਸ਼ਾ ਹੋਈ। ਪੁਲਿਸ ਬਹੁਤ ਬੁਰੀ ਤਰ੍ਹਾਂ ਭਗੌੜਿਆਂ ਦੇ ਪਿੱਛੇ ਪਈ ਹੋਈ ਸੀ, ਜਿਸ ਕਰਕੇ ਕੁਝ ਗਦਰੀਏ ਤਾਂ ਘਰੋਂ ਘਰੀ ਚਲੇ ਗਏ। ਕੁਝ ਜਿਹੜੇ ਨਿੱਕੀਆਂ-ਨਿੱਕੀਆਂ ਟੋਲੀਆਂ ਦੀ ਸ਼ਕਲ ਵਿੱਚ ਸਨ, ਜਲੰਧਰ ਹੁਸ਼ਿਆਰਪੁਰ ਦੇ ਪਿੰਡਾਂ ਜਾਂ ਰਿਆਸਤ ਕਪੂਰਥਲਾ ਵੱਲ ਜਾ ਨਿਕਲੇ। ਉਹਨਾਂ ਵਿੱਚੋਂ ਕਈ ਸਰਕਾਰੀ ਚੌਕੀਆਂ ਲੁੱਟਣ, ਰੇਲਾਂ ਦੇ ਪੁਲ ਉਡਾਣ ਤੇ ਹੋਰ ਕਈ ਤਰ੍ਹਾਂ ਦੀਆਂ ਵਿਉਂਤਾਂ ਬਣਾਉਂਦੇ ਰਹੇ, ਪਰ ਕਿਸੇ ਵੀ ਕੰਮ ਵਿੱਚ ਸਫਲ ਨਾ ਹੋ ਸਕੇ। ਠੇਕੜ ਉਹਨਾਂ ਦਾ ਮੋਢੀ ਨਵਾਬ ਖਾਂ ਜਦ 19 ਦਸੰਬਰ ਨੂੰ ਫੜਿਆ ਗਿਆ, ਜਿਹੜਾ ਮਗਰੋਂ ਵਾਅਦਾ ਮੁਆਫ ਬਣਿਆ, ਤਾਂ ਪਾਰਟੀ ਦਾ ਸ਼ਿਰਾਜ਼ਾ ਹੋਰ ਵੀ ਬਿਖਰ ਗਿਆ। ਪਰ ਇਤਨੀ ਲੱਕ ਤੋੜਵੀਂ ਅਸਫਲਤਾ ਦੇ ਬਾਵਜੂਦ ਵੀ ਜੇ ਇਨਕਲਾਬੀਆਂ ਦੇ ਹੌਸਲੇ ਕਾਇਮ ਰਹੇ ਤਾਂ ਇਸ ਦਾ ਵੱਡਾ ਕਾਰਨ ਸੀ ਕਰਤਾਰ ਸਿੰਘ ਸਰਾਭਾ ਦੀ ਹੋਂਦ, ਜਿਹੜਾ ਫਿਰੋਜ਼ਪੁਰ ਦੀ ਦੁਰਘਟਨਾ ਤੋਂ ਬਾਅਦ ਦਿਨ ਰਾਤ ਭੱਜਾ ਫਿਰਦਾ ਤੇ ਗਦਰੀਆਂ ਦਾ ਆਪੋ ਵਿੱਚ ਤਾਲਮੇਲ ਮੁੜ ਕੇ ਕਾਇਮ ਕਰਨ ਖਾਤਰ ਜੰਗਲਾਂ ਬਿਆਬਾਨਾਂ ਵਿੱਚ ਉਹਨਾਂ ਦੀਆਂ ਗੋਸ਼ਟੀਆਂ ਕਰਵਾਉਂਦਾ ਰਹਿੰਦਾ। ਗਦਰ ਪਾਰਟੀ ਦੇ ਕਾਰਜਕ੍ਰਮ ਦਾ ਪਹਿਲਾ ਦੌਰ 1914 ਦੇ ਅਖੀਰ ਵਿੱਚ ਖਤਮ ਹੋ ਗਿਆ। ਉੱਪਰੋਂ ਥੱਲੀ ਹੋਈਆਂ ਅਸਫਲਤਾਵਾਂ ਤੋਂ ਉਹਨਾਂ ਲੋਕਾਂ ਨੇ ਜਿਹੜਾ ਕੀਮਤੀ ਸਬਕ ਸਿੱਖਿਆ ਉਹ ਇਹ ਸੀ ਕਿ ਬਿਨਾਂ ਮਜ਼ਬੂਤ ਲੀਡਰਸ਼ਿਪ, ਬਿਨਾਂ ਬਾਕਾਇਦਾ ਸੈਂਟਰ ਦੀ ਸਥਾਪਨਾ ਤੇ ਬਿਨਾਂ ਅਸਲੇ ਦੁਆਰਾ ਸਾਰੀ ਪਾਰਟੀ ਨੂੰ ਮੁਸੱਲਾ ਕੀਤਿਆਂ ਕਦੇ ਕੁਝ ਨਹੀਂ ਬਣੇਗਾ। ਇਹਨਾਂ ਗੱਲਾਂ ਨੂੰ ਸਾਹਮਣੇ ਰੱਖ ਕੇ 1915 ਦਾ ਸਾਲ ਚੜ੍ਹਦਿਆਂ ਇੱਕ ਨਵੀਂ ਜੁਗਤ ਇਹਨਾਂ ਲੋਕਾਂ ਨੂੰ ਸੁੱਝੀ, ਤੇ ਇਹ ਜੁਗਤ ਸੀ ਉਸ ਜ਼ਮਾਨੇ ਦੇ ਬੰਗਾਲੀ ਰਾਜ ਪਲਟਾਊਆਂ ਦੇ ਸ਼੍ਰੋਮਣੀ ਨੇਤਾ ਰਾਸ ਬਿਹਾਰੀ ਬੋਸ ਦੇ ਹੱਥ ਵਿੱਚ ਲੀਡਰਸ਼ਿਪ ਦੀ ਵਾਗਡੋਰ ਸੌਂਪਣੀ। ਰਾਸ ਬਿਹਾਰੀ ਬੰਗਾਲ ਦੀ ਫਰਾਂਸੀਸੀ ਬਸਤੀ ਚੰਦਰਨਗਰ ਦਾ ਰਹਿਣ ਵਾਲਾ ਸੀ ਤੇ ਫਾਰੈਸਟ ਰਿਸਰਚ ਇੰਸਟੀਚਿਊਟ ਦੇ ਦਫ਼ਤਰ ਵਿੱਚ ਹੈੱਡ ਕਲਰਕ ਹੁੰਦਾ ਸੀ। ਇਨੀ ਦਿਨੀ ਉਹ ਦਿੱਲੀ ਸਾਜ਼ਿਸ਼ ਕੇਸ ਵਾਇਸਰਾਏ ਲਾਰਡ ਹਾਰਡਿੰਗ ਉੱਤੇ ਬੰਬ ਸੁੱਟਣ ਦੇ ਦੋਸ਼ ਵਿੱਚ ਅੰਡਰਗਰਾਉਂਡ ਸੀ, ਜਿਸ ਦੀ ਗ੍ਰਿਫਤਾਰੀ ਲਈ 7,500 ਰੁਪਏ ਇਨਾਮ ਦਾ ਐਲਾਨ ਹੋ ਚੁੱਕਾ ਸੀ। ਉਸ ਵੇਲੇ ਉਹ ਬਨਾਰਸ ਵਿੱਚ ਰਹਿ ਕੇ ਲੁਕਵੇਂ ਢੰਗ ਨਾਲ ਕੰਮ ਕਰ ਰਿਹਾ ਸੀ। ਰਾਸ ਬਿਹਾਰੀ ਤੋਂ ਦੂਜੇ ਦਰਜੇ ਦਾ ਬੰਗਾਲੀ ਲੀਡਰ ਸੀ ਸਤਿੰਦਰ ਨਾਥ ਸਾਨਿਆਲ, ਜਿਸ ਦੀ ਮਦਦ ਨਾਲ ਕਰਤਾਰ ਸਿੰਘ ਸਰਾਭਾ ਨੂੰ ਦਾਦਾ ਤੀਕ ਪਹੁੰਚਣ ਦਾ ਅਵਸਰ ਮਿਲ ਸਕਿਆ। ਰਾਸ ਬਿਹਾਰੀ ਨੂੰ ਸਭ ਦਾਦਾ ਕਹਿ ਕੇ ਬੁਲਾਉਂਦੇ ਸਨ। ਬੰਗਾਲੀ ਬੋਲੀ ਵਿੱਚ ਦਾਦਾ ਦਾ ਅਰਥ ਹੈ ਵੱਡਾ ਭਰਾ। ਸਤਿੰਦਰ ਨਾਥ ਸਾਨਿਆਲ ਵਰਗਾ ਹੀ ਮਰਹੱਠਾ ਗੱਭਰੂ ਉਸ ਵੇਲੇ ਬੰਗਾਲ ਦੇ ਰਾਜ ਪਲਟਾਊਆਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈ ਰਿਹਾ ਸੀ, ਜਿਸ ਦਾ ਨਾਂ ਸੀ ਵਿਸ਼ਨੂੰ ਗਣੇਸ਼ ਪਿੰਗਲੇ। ਇਹ ਦੋਵੇਂ ਨੌਜਵਾਨ ਅਸਲ ਵਿੱਚ ਦਾਦਾ ਦੀਆਂ 2 ਬਾਹਾਂ ਸਨ, ਜਿਹੜੇ ਹਰ ਵੇਲੇ ਤੇ ਹਰ ਹਾਲਾਤ ਵਿੱਚ ਉਸ ਦੇ ਨਾਲ ਰਹਿੰਦੇ। ਸਾਨਿਆਲ ਤੇ ਸਰਾਭੇ ਪਾਸੋਂ ਜਦ ਦਾਦਾ ਨੇ ਪੰਜਾਬ ਬਾਰੇ ਸਭ ਸਮਾਚਾਰ ਸੁਣੇ, ਖਾਸ ਕਰਕੇ ਗਦਰ ਲਈ ਫੌਜੀ ਤਿਆਰੀ ਬਾਰੇ, ਤਾਂ ਉਸ ਨੂੰ ਕਾਫੀ ਪ੍ਰਸੰਨਤਾ ਹੋਈ। ਉਸ ਨੇ ਪੰਜਾਬ ਦੀ ਲੀਡਰਸ਼ਿਪ ਸੰਭਾਲਣ ਦਾ ਇਕਰਾਰ ਤਾਂ ਕੀਤਾ, ਪਰ ਪੰਜਾਬ ਜਾਣ ਤੋਂ ਪਹਿਲਾਂ ਉਹ ਉੱਥੋਂ ਦੇ ਹਾਲਾਤ ਬਾਰੇ ਪੂਰੀ ਜਾਣਕਾਰੀ ਲੈਣਾ ਚਾਹੁੰਦਾ ਸੀ। ਇਸ ਮਤਲਬ ਲਈ ਉਸਨੇ ਪਹਿਲਾਂ ਸਾਨਿਆਲ ਨੂੰ ਤੇ ਫਿਰ ਪਿੰਗਲੇ ਨੂੰ ਕਰਤਾਰ ਸਿੰਘ ਸਰਾਭੇ ਦੀ ਹਮਰਾਹੀ ਵਿੱਚ ਪੰਜਾਬ ਭੇਜਿਆ। ਸਾਨਿਆਲ ਤੇ ਪਿੰਗਲੇ ਨੇ ਪੰਜਾਬ ਆ ਕੇ ਪਾਰਟੀ ਨੂੰ ਭਰੋਸਾ ਦਿਵਾਇਆ ਕਿ ਅਸਲੇ ਦੇ ਮਾਮਲੇ ਵਿੱਚ ਬੰਗਾਲ ਉਹਨਾਂ ਦੀ ਮਦਦ ਤਾਂ ਕਰ ਸਕਦਾ ਹੈ, ਪਰ ਪਿਸਤੌਲਾਂ ਦੀ ਬਜਾਏ ਬੰਬਾਂ ਦੇ ਰੂਪ ਵਿੱਚ। ਉਹਨਾਂ ਦੱਸਿਆ ਕਿ ਪਿਸਤੌਲਾਂ ਦੀ ਬੰਗਾਲ ਵਿੱਚ ਸਖਤ ਕਿੱਲਤ ਸੀ। ਨਾਲ ਹੀ ਉਹਨਾਂ ਨੇ ਪੰਜਾਬੀਆਂ ਨੂੰ ਇਹ ਵੀ ਸਲਾਹ ਦਿੱਤੀ ਕਿ ਉਹ ਪੰਜਾਬ ਵਿੱਚ ਬੰਬ ਬਣਾਉਣ ਦਾ ਕੰਮ ਜਾਰੀ ਕਰਨ,
ਜਿਸ ਵਿੱਚ ਇਹ ਲੋਕ ਉਹਨਾਂ ਦੀ ਟੈਕਨੀਕਲ ਮਦਦ ਕਰਨਗੇ। ਪਿੰਗਲੇ ਨੂੰ ਇਸ ਕੰਮ ਦੀ ਕਾਫੀ ਚੰਗੀ ਮੁਹਾਰਤ ਹਾਸਲ ਸੀ। ਬੰਬਸਾਜ਼ੀ ਦੇ ਕੰਮ ਵਿੱਚ ਪੰਜਾਬੀ ਉੱਕਾ ਅਣਜਾਣ ਤਾਂ ਨਹੀਂ ਸਨ, ਪਰ ਇਹ ਲੋਕ ਬਹੁਤ ਘਟੀਆ ਕਿਸਮ ਦੇ ਬੰਬ ਬਣਾਉਣੇ ਜਾਣਦੇ ਸਨ, ਤੇ ਉਹ ਵੀ ਅਣਘੜੇ ਕਿਸਮ ਦੇ। ਸ਼ਾਇਦ ਇਹੋ ਵਜ੍ਹਾ ਸੀ ਕਿ ਹਰਨਾਮ ਸਿੰਘ ਟੁੰਡੀਲਾਟ ਦੀ, ਜਿਸ ਨੇ ਅਮਰੀਕਾ ਰਹਿੰਦਿਆਂ ਇਹ ਕੰਮ ਸ਼ੁਰੂ ਕੀਤਾ, ਧਮਾਕਾ ਹੋਣ ਨਾਲ ਇੱਕ ਬਾਂਹ ਉੱਡ ਗਈ। ਪਰ ਬੰਗਾਲੀਆਂ ਦੀ ਬੰਬਸਾਜ਼ੀ ਉਹਨਾਂ ਦੇ ਟਾਕਰੇ ਵਿੱਚ ਬੜੀ ਕਾਮਯਾਬ ਸੀ। ਉਹ ਡਵਾਇਰ ਨੇ ਆਪਣੀ ਰਿਪੋਰਟ ਵਿੱਚ ਇੱਕ ਥਾਂ ਲਿਖਿਆ ਹੈ, ਬੰਗਾਲੀਆਂ ਦੇ ਬੰਬ ਇਤਨੀ ਖਤਰਨਾਕ ਕਿਸਮ ਦੇ ਹੁੰਦੇ ਸਨ ਕਿ ਇੱਕ ਬੰਬ ਫਟਣ ਨਾਲ ਪੂਰੀ ਇੱਕ ਅਰੇਂਜਮੈਂਟ ਤਬਾਹ ਹੋ ਸਕਦੀ ਸੀ। ਪਰ ਬੰਗਾਲੀ ਕਿਸਮ ਦੇ ਬੰਬ ਬਣਾਉਣ ਲਈ ਜਿਹੜੀ ਵੱਡੀ ਮੁਸ਼ਕਲ ਪੇਸ਼ ਆਉਣ ਦੀ ਸੰਭਾਵਨਾ ਸੀ, ਉਹ ਸੀ ਇਹਨਾਂ ਉੱਤੇ ਬੇਹਿਸਾਬ ਖਰਚ। ਇੱਕ ਬੰਬ ਲਈ ਘੱਟੋ ਘੱਟ 18 ਰੁਪਏ ਲਾਗਤ ਆਉਂਦੀ ਸੀ ਤੇ ਰੁਪਏ ਦੀ ਸਖਤ ਕਿੱਲਤ ਸੀ, ਜਦਕਿ ਪਾਰਟੀ ਦੇ ਟੀਚੇ ਅਨੁਸਾਰ ਗਦਰ ਸ਼ੁਰੂ ਕਰਾਉਣ ਵੇਲੇ ਹਜ਼ਾਰਾਂ ਬੰਬ ਲੋੜੀਂਦੇ ਸਨ। ਛੇਕੜ 25 ਜਨਵਰੀ 1915 ਨੂੰ ਆਪਣੇ ਹਮਨਸ਼ੀਨ ਪਿੰਗਲੇ ਸਮੇਤ ਰਾਸ ਬਿਹਾਰੀ ਨੇ ਪੰਜਾਬ ਵਿੱਚ ਆ ਡੇਰੇ ਲਾਏ ਤੇ ਆਉਂਦਿਆਂ ਹੀ ਦਾਦਾ ਨੇ ਅੰਮ੍ਰਿਤਸਰ ਵਿੱਚ ਪਾਰਟੀ ਦਾ ਸੈਂਟਰ ਕਾਇਮ ਕਰਕੇ ਲੀਡਰਸ਼ਿਪ ਸੰਭਾਲ ਲਈ। ਇਸ ਤਰ੍ਹਾਂ 1915 ਦਾ ਸਾਲ ਚੜ੍ਹਦਿਆਂ ਹੀ ਪਾਰਟੀ ਦੇ ਮਰੀਅਲ ਜਿਸਮ ਵਿੱਚ ਨਵੀਂ ਸ਼ਕਤੀ ਭਰਨ ਲੱਗੀ। ਸਾਰੇ ਕੰਮ ਨੂੰ ਜਥੇਬੰਦਕ ਢੰਗ ਨਾਲ ਚਲਾਉਣ ਲਈ ਦਾਦਾ ਨੇ ਨਵੇਂ ਸਿਰੇ ਸਾਰੀਆਂ ਵਿਉਂਤਾਂ ਤਿਆਰ ਕੀਤੀਆਂ ਤੇ ਉਹਨਾਂ ਵਿਉਂਤਾਂ ਨੂੰ ਮੁੱਖ ਰੱਖਦਿਆਂ ਉਸਨੇ ਇਨਕਲਾਬੀਆਂ ਲਈ ਜਿਹੜੀਆਂ ਸਭ ਤੋਂ ਪਹਿਲੀਆਂ ਹਦਾਇਤਾਂ ਜਾਰੀ ਕੀਤੀਆਂ, ਉਹ 3 ਸਨ। 1, ਗਦਰ ਦੀ ਤਾਰੀਖ ਜਲਦੀ ਮੁਕਰਰ ਹੋਣ ਵਾਲੀ ਹੈ, ਸਭ ਤਿਆਰ ਹੋ ਜਾਓ। 2, ਮਿਲਟਰੀ ਦੇ ਸਾਰੇ ਸੈਂਟਰਾਂ ਵਿੱਚ ਫੈਲ ਕੇ ਬਾਕੀ ਰਹਿੰਦੇ ਫੌਜੀਆਂ ਨੂੰ ਵੀ ਤਿਆਰ ਕਰੋ। 3, ਅਸਲਾ ਪੈਦਾ ਕਰੋ, ਅਸਲਾ ਤਿਆਰ ਕਰੋ, ਅਸਲਾ ਭਾਵੇਂ ਕਿਸੇ ਢੰਗ ਨਾਲ, ਕਿਸੇ ਵੀ ਕੀਮਤ ਤੇ। ਤੀਜੀ ਮੰਗ ਉੱਤੇ ਉਹਨਾਂ ਉਚੇਚਾ ਜ਼ੋਰ ਦਿੱਤਾ ਤੇ ਵਾਰ-ਵਾਰ। ਇਹਨਾਂ ਹਦਾਇਤਾਂ ਦਾ ਅਸਰ ਇਹ ਹੋਇਆ ਕਿ ਜਨਵਰੀ ਦਾ ਮਹੀਨਾ ਬੀਤਦਿਆਂ ਗਦਰ ਦੀ ਮੁਹਿੰਮ, ਜਿਹੜੀ ਪਹਿਲੀ ਵੇਰਾਂ ਫੇਲ ਹੋਣ ਤੋਂ ਬਾਅਦ ਖਾਤਮੇ ਦੇ ਨੇੜੇ ਪੁੱਜ ਚੁੱਕੀ ਸੀ, ਨਵੇਂ ਜੋਸ਼ ਨਾਲ ਸ਼ੁਰੂ ਹੋ ਗਈ। ਦਾਦਾ ਦੀ ਤੀਜੀ ਤੇ ਸਭ ਤੋਂ ਅਹਿਮ ਹਦਾਇਤ ਨੂੰ ਅਮਲੀ ਜਾਮਾ ਪਹਿਨਾਉਣ ਲਈ ਪਿੰਗਲੇ ਸਰਾਭਾ ਤੇ ਡਾਕਟਰ ਮਥੁਰਾ ਸਿੰਘ ਆਦਿ ਵਰਕਰਾਂ ਦੇ ਪ੍ਰਬੰਧ ਹੇਠ ਪਿੰਡ ਝਾਬ ਵਾਲੇ ਲੁਧਿਆਣਾ ਵਿੱਚ ਇੱਕ ਬੰਬ ਫੈਕਟਰੀ ਜਾਰੀ ਕਰ ਦਿੱਤੀ ਗਈ। ਇਸ ਦੇ ਨਾਲ ਹੀ ਪਿੰਗਲੇ ਦੀ ਮਦਦ ਨਾਲ ਬਨਾਰਸ ਤੋਂ ਕੁਝ ਵਧੀਆ ਕਿਸਮ ਦੇ ਬੰਬ, ਜਿਹੋ ਜਿਹੇ ਪੰਜਾਬ ਵਿੱਚ ਬਣ ਸਕਣ ਦੀ ਸੰਭਾਵਨਾ ਨਹੀਂ ਸੀ, ਮੰਗਾਉਣ ਦਾ ਵੀ ਪ੍ਰਬੰਧ ਕੀਤਾ ਗਿਆ। ਝਾਬੇਵਾਲ ਵਿੱਚ ਫੈਕਟਰੀ ਜਾਰੀ ਹੋਇਆਂ ਥੋੜੇ ਹੀ ਦਿਨ ਬੀਤੇ ਸਨ ਕਿ ਫੜੇ ਜਾਣ ਦਾ ਖਤਰਾ ਮਹਿਸੂਸ ਕਰਦਿਆਂ ਇਸ ਨੂੰ ਉੱਥੋਂ ਚੁੱਕ ਕੇ 27 ਜਨਵਰੀ 1915 ਨੂੰ ਪਿੰਡ ਲੋਟਬੱਦੀ ਨਾਭਾ ਵਿੱਚ ਲੈ ਜਾਇਆ ਗਿਆ। ਦਾਦਾ ਤੋਂ ਉਤਰ ਕੇ ਪੰਜਾਬੀ ਇਨਕਲਾਬੀਆਂ ਦੀ ਲੀਡਰਸ਼ਿਪ ਕਰਤਾਰ ਸਿੰਘ ਸਰਾਭਾ ਦੇ ਹੱਥ ਵਿੱਚ ਸੀ। ਇਨੀ ਦਿਨੀ ਉਹ ਹਰ ਰੋਜ਼ ਮੋਚੀ ਦਰਵਾਜ਼ੇ ਤੋਂ ਬਾਹਰ 2 ਹਫ਼ਤੇ ਅੰਮ੍ਰਿਤਸਰ ਰਹਿਣ ਤੋਂ ਬਾਅਦ ਦਾਦਾ ਨੇ ਲਾਹੌਰ ਜਾ ਡੇਰੇ ਲਾਏ ਸਨ। ਦਾਦਾ ਦੇ ਗੁਪਤ ਮਕਾਨ ਤੇ ਪਹੁੰਚਦਾ ਤੇ ਉੱਥੋਂ ਹਦਾਇਤਾਂ ਪ੍ਰਾਪਤ ਕਰਕੇ ਸਭਨੀ ਪਾਸੀ ਫਿਰ ਨਿਕਲਦਾ ਸੀ। ਉਸ ਦੇ ਜ਼ਿੰਮੇ ਖਾਸ ਡਿਊਟੀਆਂ ਸੀ ਫੌਜੀਆਂ ਨੂੰ ਤਿਆਰ ਕਰਨ ਦੀ, ਜਿਸ ਕਰਕੇ ਉਸ ਦਾ ਵਧੇਰੇ ਸਮਾਂ ਛਾਉਣੀਆਂ ਵਿੱਚ ਹੀ ਬੀਤਦਾ। ਉਸ ਦੇ ਹੋਰ ਵੀ ਕਈ ਸਾਥੀ ਇਸ ਕੰਮ ਵਿੱਚ ਲੱਗੇ ਹੋਏ ਸਨ, ਪਰ ਇੱਧਰ ਕੁਝ ਦਿਨਾਂ ਤੋਂ ਜਦ ਤੋਂ ਬੰਬ ਫੈਕਟਰੀ ਨੂੰ ਰਿਆਸਤ ਨਾਭਾ ਵਿੱਚ ਲੈ ਜਾਇਆ ਗਿਆ, ਸਰਾਭੇ ਦਾ ਬਹੁਤਾ ਧਿਆਨ ਇਸ ਪਾਸੇ ਵੀ ਖਿੱਚਿਆ ਰਹਿਣ ਲੱਗਾ, ਜਿਸ ਦਾ ਕਾਰਨ ਇਹ ਸੀ ਕਿ ਜਿਉਂ-ਜਿਉਂ ਗਦਰ ਦੀ ਤਾਰੀਖ ਨਿਯਤ ਕਰਨ ਦਾ ਸਮਾਂ ਨੇੜੇ ਆਈ ਜਾਂਦਾ, ਫੈਕਟਰੀ ਦੇ ਕੰਮਾਂ ਵਿੱਚ ਤੇਜ਼ੀ ਆਉਣ ਦੀ ਬਜਾਏ ਸਿਥਲਤਾ ਆ ਰਹੀ ਸੀ। ਇਸ ਉੱਤੇ ਮੁਸ਼ਕਲ ਇਹ ਸੀ ਕਿ ਦਾਦਾ ਵੱਲੋਂ ਹਰ ਰੋਜ਼ ਸਰਾਭਾ ਨੂੰ ਅਸਲਾ ਜਲਦੀ, ਅਸਲਾ ਝਟਪਟ ਦੀਆਂ ਚੇਤਾਵਨੀਆਂ ਦਿੱਤੀਆਂ ਜਾਂਦੀਆਂ ਸਨ। ਫੈਕਟਰੀ ਦੇ ਕੰਮਾਂ ਵਿੱਚ ਸਿਥਲਤਾ ਆਉਣ ਦਾ ਵੱਡਾ ਹੀ ਨਹੀਂ ਬਲਕਿ ਇੱਕੋ ਇੱਕ ਕਾਰਨ ਸੀ ਪੈਸੇ ਦੀ ਅਣਹੋਂਦ। ਆਮ ਲੋਕਾਂ ਪਾਸੋਂ ਚੰਦੇ ਜਾਂ ਪੁੰਨਦਾਨ ਦੇ ਰੂਪ ਵਿੱਚ ਕੁਝ ਮਿਲਣ ਦੀ ਉਮੀਦ ਨਹੀਂ ਸੀ, ਨਾ ਹੀ ਕੋਈ ਸਭਾ ਸੁਸਾਇਟੀ ਇਹਨਾਂ ਦੀ ਮਦਦ ਕਰਨ ਨੂੰ ਤਿਆਰ ਸੀ। ਫਿਰ ਕੰਮ ਚੱਲੇ ਤਾਂ ਕਿਵੇਂ ਚੱਲੇ? ਇੱਕ ਦਿਨ ਸਰਾਭੇ ਨੇ ਇਹ ਲਾਚਾਰੀ ਦਾਦਾ ਅੱਗੇ ਬਿਆਨ ਕੀਤੀ ਤਾਂ ਉਹ ਡਾਢੇ ਹੀ ਤਿਲ ਮਿਲਾਏ। ਕਾਫੀ ਚਿਰ ਦੀ ਸੋਚ ਵਿਚਾਰ ਤੋਂ ਬਾਅਦ ਜਦ ਇਸ ਮੁਸ਼ਕਲ ਦਾ ਕੋਈ ਹੱਲ ਨਾ ਲੱਭ ਸਕਿਆ ਤਾਂ ਦਾਦਾ ਨੇ ਖਿੱਚ ਕੇ ਇੱਥੋਂ ਤੱਕ ਕਹਿ ਦਿੱਤਾ, ਦੇਖੋ ਸ਼ਰਾਬਾ, ਬੰਗਾਲੀ ਲੋਕ ਸੱਸੇ ਦੇ ਥਾਂ ਸ਼ ਉਚਾਰਿਆ करते हैं। देखो शराबा, अगर और कुछ नहीं होने सकता तो ऐसा करो, मुझे गिरफ्तार कराकर 7,500 रुपया वसूल करो और फैक्ट्री के काम पर लगाओ। सुन के दंग रह गया सराबा। ये आपने क्या कह दिया दादा? इससे तो अच्छा होगा कि हम लोग डाके मारकर रुपया पैदा करें। तो जाओ डाका डालो। उन्हें जोश विच आके कह दिता, हमें रुपया चाहिए, चाहे किसी भी ढंग से हो। सच कहते हो दादा? हाँ सच कहता हूँ।
तो आप हमें डाका डालने की इजाज़त देते हैं। जब दूसरा और कोई उपाय नहीं है तो और क्या करना है? अच्छी बात दादा, तब आप विश्वास कीजिए कि आज से 2 हफ्ते के अंदर अंदर आपके सामने सोने चांदी का ढेर लगा दूंगा। शाबाश, दादा ने उसकी पिठ थपकी। और फिर गदर की कामयाबी को यकीनी समझिए। जाओ, अभी जाओ। मकान तो निकल के सराबा सीधा रेलवे स्टेशन ਤੇ ਪੁੱਜਾ ਜਿੱਥੇ ਦਿੱਲੀ ਐਕਸਪ੍ਰੈਸ ਤਿਆਰ ਸੀ। ਉਸਨੇ ਲੁਧਿਆਣਾ ਦੀ ਟਿਕਟ ਖਰੀਦੀ ਤੇ ਛਪਾ-ਛਪ ਗੱਡੀ ਵਿੱਚ ਸਵਾਰ ਹੋ ਗਿਆ। ਉਸ ਦਿਨ ਜਨਵਰੀ ਦੀ 21 ਤਾਰੀਖ ਸੀ।